अस्सलाम वालेकुम जी। अज इंशाअल्लाह असी जिहड़ी बुक है थिंक एंड ग्रो रिच ते इंशाअल्लाह इहदे ते डिस्कस करांगे। कल इहदा इंट्रोडक्शन तुहानूं करवाया सी ते अज इहदियां बेसिक चंद लाइनां पहले सफ़े दियां ਉਹ मैं हेडलाइन दे विच मौजू वास्ते चुनिया ने। तो लाइनां ने कि आपकी सबसे बड़ी ख्वाहिश क्या है। नंबर 2, आप क्या चाहते हैं। जब तक आपको इल्म नहीं कि आप क्या चाहते हैं तो मिलता भी कुछ भी नहीं है। तो नंबर 3, ये हर चीज़ की कोई ना कोई कीमत होती है और आप कीमत अदा किए बगैर हासिल नहीं कर सकते। नंबर 4, तमाम कामयाबियों और तमाम कमाई हुई दौलत का आगाज़ एक तसव्वुर या ख्याल से होता है। अगर आपके पास ये है तो आप पहले ही एक हिस्से के मालिक हैं। तो जी इंदा इंशाल्लाह अज थोड़ी जी वजाहत करने इन्हां पे ते दसने तुहानूं कि इन्हां मिसालां दा मतलब इन्हां लाइनां दी कुछ तो समझ आ गई होई, लेकिन थोड़ी जी डीप वजाहत करके चलदे हां कि नाल नाल तुहानूं दसने कि मैं इहदे तो की हासिल कीता है ते तुसीं की हासिल करदे हो कर सकदे जे। ते चलो सब तो पहले तां एह है कि आपकी सबसे बड़ी ख्वाहिश क्या है। क्या आपने कभी बैठकर मतलब कि सब तो पहले ਤਾਂ ਇਹ ਆ ਕਿ ਤੁਹਾਡੀ ਸਭ ਤੋਂ ਵੱਡੀ ख्वाहिश ਕੀ ਹੈ। क्या कभी तुसी शीशे ਦੇ ਅੱਗੇ ਖਲੋ ਕੇ ਕੋਈ ਕਾਪੀ ਪੈਨਸਲ ਫੜ ਕੇ ਡਾਇਰੀ ਫੜ ਕੇ ਆਪਦੇ ਵਾਸਤੇ ਜਾਂ ਆਪਦੇ ਫਿਊਚਰ ਵਾਸਤੇ ਜੋ ਤੁਸੀਂ ਬਣਨਾ ਚਾਹੁੰਦੇ ਜੇ ਜਾਂ ਜੋ ਕਰਨਾ ਚਾਹੁੰਦੇ ਜੇ ਕਦੀ ਕੀਤਾ ਹੈ? ਨਹੀਂ ਨਾ। ਲੇਕਿਨ ਇਸੇ ਗੱਲੋਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਤੁਹਾਡੀ ਸਭ ਤੋਂ ਵੱਡੀ ख्वाहिश ਕੀ ਹੈ। ਸਭ ਤੋਂ ਪਹਿਲੇ ਤਾਂ ਆਪਣੀ ख्वाहिश ਲੱਭੋ। ਅਗਰ ख्वाहिश ਨਹੀਂ ਹੈਗੀ ਇਵੇਂ ਦੇਖੋ, ਬਗੈਰ ਹਦਫ ਤੋਂ ਮਿਹਨਤ ਜਿਹੜੀ ਹੈ ਨਾ ਉਹ ਮੇਰੇ ਦੋਸਤ ਥਕਾ ਦੇਣ ਵਾਲੀ ਮਿਹਨਤ ਹੁੰਦੀ ਹੈ। ਤੇ ਅਗਰ ਹਦਫ ਦੇ ਨਾਲ ਮਿਹਨਤ ਕਰੋਗੇ ਨਾ ਤੇ ਉਹ ਯਕੀਨ ਕਰੋ ਤੁਸੀਂ ਤੁਹਾਡਾ ਇੱਕ ਹਦਫ ਹੈ ਅੱਜ ਫॉर एग्जांपल ਤੁਹਾਡੀ ਸੇਲ ਲੱਖ ਰੁਪਈਆ ਤੇ ਤੁਸੀਂ ਅਗਲੇ ਸਾਲ ਤੱਕ ਕਹਿੰਦੇ ਹੋ ਕਿ ਮੈਂ 2 ਲੱਖ ਤੱਕ ਲੈ ਕੇ ਜਾਣੀ। ਹੁਣ ਜਿਹੜਾ ਤੁਹਾਡਾ ਦਿਮਾਗ ਹੈ ਨਾ ਇਹ ਹੁਣ ਕੰਮ ਕਰਨਾ ਸ਼ੁਰੂ ਕਰੇਗਾ ਕਿਉਂਕਿ ਇਹਨੂੰ ਤੁਸੀਂ ਹੁਣ ਹਦਫ ਦਿੱਤਾ ਹੈ। ਅੱਗੇ ਤੁਸੀਂ ਅਗਰ ਇਹਨੂੰ ਓਪਨ ਮਾਈਂਡਡ ਬਣੋ ਕਿ ਨਹੀਂ ਮੈਨੂੰ ਪੈਸਾ ਚਾਹੀਦਾ ਜਾਂ ਮੈਨੂੰ ਉਹ ਚਾਹੀਦਾ, ਨਹੀਂ ਉਹਦਾ ਵਾਜ਼ਿਆ ਮਤਲਬ ਕਿ ਵਾਜ਼ਿਆ ਹੋਣਾ ਜ਼ਰੂਰੀ ਹੈ ਕਿ ਇਹਨੂੰ ਹੁਣ 2 ਲੱਖ ਦਾ ਆਈਡੀਆ ਤੁਸੀਂ ਦਿੱਤਾ ਹੈ, ਇਹ ਹੁਣ ਦੱਸੇਗਾ ਤੁਹਾਨੂੰ ਕਿ ਤੇਰੀ ਦੁਕਾਨ ਜਾਂ ਤੇਰਾ ਕੰਮ ਜਾਂ ਕਾਰੋਬਾਰ ਦੇ ਵਿੱਚੋਂ 2 ਲੱਖ ਕਿਵੇਂ ਆ ਸਕਦਾ। ਉਹ ਤਰੀਕਾਕਾਰ ਦੱਸਦਾ। ਤੇ ਇਸੇ ਗੱਲੋਂ ਹਦਫ ਦੇ ਨਾਲ ਮਿਹਨਤ ਕਰੋ, ਇਨਸ਼ਾਅੱਲਾ ਮਿਹਨਤ ਕੰਮ ਵੀ ਆਏਗੀ। ਬਾਜ਼ ਲੋਕ ਹੁੰਦੇ ਨੇ ਇਹਦੇ ਤੋਂ ਕੰਮ ਕਰਦੇ ਨੇ ਵਿਚਾਰੇ, ਮਿਹਨਤ ਐਂਡ ਸਿਫਰ ਹੁੰਦੀ, ਲੇਕਿਨ ਉਹ ਹੀ ਨਾ ਹਦਫ ਦੇ ਨਾਲ ਕਰੀ ਮਿਹਨਤ ਉਹ ਕੰਮ ਆਉਂਦੀ ਹੈ। नंबर 2, वाज़िया ख्वाहिश। कामयाबी की इब्तदा शदीद ख्वाहिश से होती है। इत्थे शदीद ख्वाहिश का मतलब शदीद ख्वाहिश है। असी शदीद ख्वाहिश जिहड़ी हुंदी है ना ਉਹ ਕਿਸੇ ਹੋਰ ਜਗ੍ਹਾ ਤੇ ਲਾਣੇ ਤੇ ਜਿੱਥੇ ਲਾਣੇ ਆ ਉੱਥੋਂ ਰਿਜ਼ਲਟ ਨਹੀਂ ਆਣਾ ਹੁੰਦਾ। ਇਹ ਜੈਨੂਇਨ ਗੱਲ ਹੈ। ਜਿੱਥੇ ਅਸੀਂ ਸ਼ਦੀਦ ख्वाहिश ਲਾਉਣੀ ਚਾਹੀਦੀ ਹੈ ਨਾ, ਜਿੱਥੇ ख्वाहिश ਸ਼ਦੀਦ ਹੋਣੀ ਚਾਹੀਦੀ ਉੱਥੇ ਅਸੀਂ ਸ਼ਦੀਦ ख्वाहिश ਰੱਖਦੇ ਹੀ ਨਹੀਂ ਦੇ। ख्वाहिशां भी 2 तरह ਦੀਆਂ ਨੇ, ਇੱਕ ਆਮ ख्वाहिश है एक खास ख्वाहिश है। ਤੇ ਜਿਹੜੀ ਖਾਸ ख्वाहिश है ਨਾ ਮੈਂ ਇੱਥੇ ਮਤਲਬ ਸਾਰੀ ਆਵਾਮ ਦੇਖਦੀ ਹੈ ਕਿ ਮੈਂ ਦੱਸਦਾ ਨਹੀਂ ਦਾ ਕਿ ਅਸੀਂ ਜਿਹੜੀ ਖਾਸ ख्वाहिश है ਉਹ ਕਿੰਦੇ ਵਾਸਤੇ ਰੱਖੀਏ ਤੇ ਜਿਹੜੀ ਆਮ ਜੀ ख्वाहिश है ਉਹ ਬਜ਼ਾਹਰ ਲੋਕਾਂ ਨੂੰ ਵਹਾਉਣ ਵਾਸਤੇ ਜੀ ਅਸੀਂ ਇਹ ख्वाहिश है। ਮੇਰੀ ਜਿਹੜੀ ख्वाहिश ਸੀ ਨਾ, ਮੇਰੀ ख्वाहिश ਸੀ ਮੈਂ ਬਿਰਿਆਨੀ ਸਿੱਖਾਂ ਤੇ ਮੇਰੀ ख्वाहिश ਨੂੰ ਯਕੀਨ ਦੇ ਵਿੱਚ ਹਕੀਕਤ ਦੇ ਵਿੱਚ ਉਸਤਾਦ ਅਸਲਮ ਨੇ ਬਣਾਇਆ ਕਿ ਤੁਸੀਂ ਦੇਖੋ ਕਿ ਜਿਹੜੀ ਸ਼ਦੀਦ ख्वाहिश ਹੁੰਦੀ ਹੈ ਨਾ ਇਹਦਾ ਜਿਹੜਾ ਰਿਜ਼ਲਟ ਹੁੰਦਾ ਨਾ ਉਹ ਤੁਸੀਂ ਨਾਪ ਹੀ ਨਹੀਂ ਸਕਦੇ। ਕੈਲਕੂਲੇਟਰ ਨਾਲ ਤਾਂ ਉਹਨੂੰ ਨਾਪਿਆ ਹੀ ਨਹੀਂ ਜਾ ਸਕਦਾ। ਵੇਖੋ ਸ਼ਦੀਦ ख्वाहिश ਕਿਵੇਂ ਕੰਮ ਕਰਦੀ। ਮੇਰੀ ਸ਼ਦੀਦ ख्वाहिश ਜਿਹੜੀ ਉਹ ਹੈਗੀ ਸੀ ਬਿਰਿਆਨੀ ਸਿੱਖਣ ਦੀ ਤੇ ਮੇਰੀ ਸ਼ਦੀਦ ख्वाहिश ਨੂੰ ਹਕੀਕਤ ਦੇ ਵਿੱਚ ਜਿਹੜਾ ਬਦਲਿਆ ਉਸਤਾਦ ਅਸਲਮ ਸਾਹਿਬ ਨੇ। ਮੈਂ ਅੱਜ ਵੀ ਉਹਨਾਂ ਦੀ ਰਿਸਪੈਕਟ ਕਰਨਾ ਤੇ ਅੱਜ ਵੀ ਉਹ ਜ਼ਿੰਦਾ ਮਿਸਾਲ ਹੈ। ਉਹਦੇ ਕੋਲ ਤੁਸੀਂ ਪੁੱਛ ਸਕਦੇ ਹੋ ਜਾ ਕੇ। ਮੰਡੀ ਉਸਮਾਨ ਵਾਲਾ ਦੇ ਵਿੱਚ ਲਹਿਰਾ ਬਹਿਰਾ ਦੇ ਨਾਮ ਦੇ ਓਨਰ ਨੇ ਤੇ ਉਹਨਾਂ ਮੈਨੂੰ ਸਿਖਾਇਆ 8 ਘੰਟੇ ਦੇ ਵਿੱਚ ਕਿਉਂਕਿ ਮੇਰੀ ख्वाहिश ਸੀ ਤੇ ਸ਼ਦੀਦ ख्वाहिश ਸੀ ਤੇ ਇਸੇ ਗੱਲੋਂ ਮੈਂ ਸਿੱਖਿਆ ਵੀ 8 ਘੰਟਿਆਂ ਦੇ ਵਿੱਚ। 8 ਘੰਟਿਆਂ ਦੇ ਵਿੱਚ ਬਿਰਿਆਨੀ ਦਾ ਵੱਲ ਸਿਖਾ ਕੇ ਉਹਨਾਂ ਮੈਨੂੰ ਲਾਹੌਰ ਦੇ ਵਿੱਚ ਰਵਾਨਾ ਵੀ ਕਰ ਦਿੱਤਾ ਸੀ ਵੀ ਲੈ ਜਾ ਤੂੰ। ਉਹਨਾਂ ਦਾ ਤਰੀਕਾ ਘਰ ਇਹ ਹੀ, ਉਹ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਕਿਸੇ ਦਾ ਵੀ। ਉਹ ਜਿਹੜਾ ਵੀ ਆਉਂਦਾ ਨਾ ਉਹ ਕਹਿੰਦੇ ਨੇ ਕਿ ਅਗਰ ਜਿਹੜਾ ਮੇਰੇ ਕੋਲ ਆ ਨਹੀਂ ਨਾ ਸਕਦਾ ਤੇ ਉਹ ਇੱਕ ਫੋਨ ਕਰੇ ਤੇ ਮੈਂ ਉਹਨਾਂ ਨੂੰ ਸਿਖਾ ਵੀ ਦਿਆਂਗਾ। ਤਸਵੀਰ ਤੁਸੀਂ ਵੇਖਦੇ ਪਏ ਇਹ ਮੇਰੇ ਉਸਤਾਦ ਨੇ ਤੇ ਅੱਲਾ ਭਲਾ ਕਰੇ ਉਸਤਾਦ ਜੀ ਤੁਹਾਡਾ। ਤੁਸੀਂ ਮੈਨੂੰ ਯਕੀਨ ਕਰੋ ਮੈਂ ਅੱਜ ਵੀ ਰਿਸਪੈਕਟ ਕਰਨਾ ਤੁਹਾਨੂੰ ਤੇ ਤੁਹਾਨੂੰ ਝੁਕ ਕੇ ਸਲਾਮ ਕਰਨਾ ਤੇ ਅੱਲਾ ਤੁਹਾਡਾ ਭਲਾ ਕਰੇ, ਤੁਹਾਡੇ ਬੱਚੇ ਜੀਂਦੇ ਰਹਿਣ। ਬੜੀਆਂ ਯਕੀਨ ਕਰੋ ਮੈਂ ਦੁਆਵਾਂ ਦੇਣਾ। ਤੁਸੀਂ ਅੱਜ ਜਦੋਂ ਵੱਡੇ ਵੱਡੇ ਲੋਕ ਮਿਲਣ ਆਉਂਦੇ ਨੇ ਤੇ ਉਹ ਕੰਮ ਕਰਵਾਉਣਾ ਚਾਹੁੰਦੇ ਨੇ, ਪੁੱਛਦੇ ਨੇ, ਦੱਸਦੇ ਨੇ ਕਿ ਤੂੰ ਇਹ ਉਮਰ ਨਹੀਂ ਦੀ ਮੈਚ ਨਹੀਂ ਕਰਦੀ ਤੇਰੀ ਆ ਦੁਕਾਨਦਾਰੀ
ਤੇਰਾ ਕੰਮ ਤੇ ਤੇਰੀ ਉਮਰ ਮੈਚ ਨਹੀਂ ਕਰਦੀ, ਤੇ ਉਹਦੀ ਵਜ੍ਹਾ ਸਿਰਫ ਤੇ ਸਿਰਫ ਤੁਸੀਂ। ਅਗਰ ਮੈਂ ਉਹਦੇ ਪਿੱਛੇ ਅਗਰ ਮੇਰੀ ਖੁਆਇਸ਼ ਨਾ ਹੁੰਦੀ ਤੇ ਮੇਰਾ ਅੱਜ ਇੱਥੇ ਨਾ ਹੁੰਦਾ। ਅਗਰ ਮੇਰੀ ਖੁਆਇਸ਼ ਨੂੰ ਅਗਰ ਇਹ ਉਸਤਾਦ ਨਾ ਲੱਭਦਾ ਤੇ ਹੋ ਸਕਦਾ ਮੈਂ ਇਹ ਇੱਥੇ ਨਾ ਹੁੰਦਾ, ਜਾਂ ਜੋ ਵੀ ਉਹ ਅੱਲਾਹ ਪਾਕ ਨੂੰ ਬਿਹਤਰ ਮਨਜ਼ੂਰ। ਲੇਕਿਨ ਇਹ ਆ ਕਿ ਸ਼ਦੀਦ ਖੁਆਇਸ਼ ਹੋਣੀ ਚਾਹੀਦੀ। ਤੇ ਉਸ ਤੋਂ ਬਾਅਦ ਇਹ ਆ ਕਿ ਤੀਸਰੇ ਨੰਬਰ ਤੇ ਆਉਂਦਾ, ਜਬ ਤੱਕ ਇਲਮ ਨਹੀਂ ਕਿਆ ਚਾਹੀਏ ਕੁਛ ਵੀ ਨਹੀਂ ਮਿਲਦਾ। ਇਹ ਜੈਨੂਅਨ ਗੱਲ ਹੈ। ਅਗਰ ਤੁਸੀਂ ਇੱਕ ਟ੍ਰੇਨ ਤੇ ਵੀ ਜਾਣਾ ਹੈ ਨਾ, ਮਤਲਬ ਕਿ ਕਿਤੇ ਸਫ਼ਰ ਵੀ ਕਰਨਾ ਹੈ, ਤੇ ਤੁਸੀਂ ਟਿਕਟੀ ਨੂੰ ਜਾਂ ਟਿਕਟ ਲੈਣ ਲੱਗਿਆਂ ਦੱਸਣਾ ਪੈਂਦਾ ਕਿ ਅਸੀਂ ਇੱਥੇ ਜਾਣਾ ਹੈ, ਇੱਥੇ ਲਾ ਦੀ ਸਾਨੂੰ। ਅਗਰ ਤੁਸੀਂ ਆਖੋ ਕਿ ਟਿਕਟ ਵਾਲੀ ਰੇਲਵੇ ਸਟੇਸ਼ਨ ਤੇ ਜਾ ਕੇ ਸਾਨੂੰ ਟਿਕਟ ਦੇ ਦੇ, ਉਹ ਆਖੇ ਕਿੱਥੋਂ ਦੀ ਦਾਂ, ਤੁਸੀਂ ਆਖੋ ਕੋਈ ਵੀ ਦੇ ਦੇ, ਉਹ ਕੋਈ ਵੀ ਨਹੀਂ ਦੇਗਾ। ਤੇ ਇਵੇਂ ਮਤਲਬ ਕਿ ਤੁਹਾਨੂੰ ਇਲਮ ਹੋਣਾ ਚਾਹੀਦਾ ਹੈ ਕਿ ਤੁਸੀਂ ਪਹੁੰਚਣਾ ਕਿੱਥੇ, ਜਾਣਾ ਕਿੱਥੇ। वजाहत बहुत ज़रूरी है। ज़िंदगी और ज़हन दोनों वाज़ेह अहकामात पर चलते हैं। अगर आपको खुद नहीं पता कि मुझे क्या चाहिए, मौका भी नहीं मिलता। मतलब यकीन करो, अगर ਤੁਹਾਨੂੰ खुद नहीं ना पता ਤੁਸੀਂ ਜਾਣਾ ਕਿੱਥੇ, ਮੌਕੇ ਵੀ ਮਿਲਦੇ ਨੇ ਤੇ ਮੌਕੇ ਨੂੰ ਬੰਦਾ ਪਹਿਚਾਨ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਉਹਨੂੰ ਪਤਾ ਹੀ ਨਹੀਂ ਮੈਂ ਜਾਣਾ ਕਿੱਥੇ ਹੈਗਾ। ਤੇ ਬਾਜ਼ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਮੌਕੇ ਆਏ ਵੀ ਨੇ। ਮੈਂ ਯਕੀਨ ਕਰੋ, ਮੇਰੇ ਕੋਲ ਕਾਰੀਗਰ ਐਸੇ ਐਸੇ ਆ ਕੇ ਚਲੇ ਗਏ ਨੇ, ਉਹਨਾਂ ਨੂੰ ਐਸਾ ਐਸਾ ਮੌਕਾ ਮਿਲਦਾ, ਐਸੀ ਐਸੀ ਜਗ੍ਹਾ ਤੋਂ ਆਫਰ ਹੁੰਦੀ, ਐਸੀ ਐਸਾ ਮਤਲਬ ਕਿ ਸਾਰੀ ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਐਫਰਟ ਕਰਦੇ ਨੇ ਨਾ, ਉਹਨਾਂ ਨੂੰ ਅਗਰ ਤਰੀਕੇ ਨਾਲ ਦੱਸਿਆ ਜਾਏ ਕਿ ਨਹੀਂ ਯਾਰ ਉਸਤਾਦ ਜੀ ਇਹ ਨਹੀਂ, ਇੰਝ ਨਹੀਂ ਤੇ ਇੰਝ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਮੌਕਾ ਮਿਲ ਕੇ ਵੀ ਉਹ ਮਤਲਬ ਕਿ ਨਹੀਂ ਕੁਛ ਕਰ ਸਕਦੇ। ਕਿਉਂਕਿ ਉਹਨਾਂ ਨੂੰ ਵਾਜ਼ਿਹ ਨਹੀਂ ਹੁੰਦਾ ਕਿ ਅਸੀਂ ਜਾਣਾ ਕਿੱਥੇ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਨਹੀਂ ਇਲਮ ਹੁੰਦਾ। ਇਸੇ ਗੱਲੋਂ ਮਤਲਬ ਕਿ ਤੁਸੀਂ ਇਹ ਜ਼ਿਹਨ 'ਚ ਰੱਖਣਾ ਕਿ ਤੁਹਾਨੂੰ ਵਜ਼ਾਹਤ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ, ਕਿ ਤੁਸੀਂ ਜਾਣਾ ਕਿੱਥੇ, ਤੁਸੀਂ ਹੈਗੇ ਕਿੱਥੇ ਜੇ, ਤੇ ਤੁਸੀਂ ਇਸ ਟਾਈਮ ਖੜੇ ਕਿੱਥੇ ਜੇ, ਤੇ ਤੁਹਾਡਾ ਸਫ਼ਰ ਕਿੰਨਾ ਦੂਰ ਹੈਗਾ। उस तो बाद नंबर 4 पे आती है, हर चीज़ की कीमत होती है। क्या आप अपनी ख्वाहिश की कीमत अदा करने को तैयार हैं? मतलब कि नींद कम करना सीखना, नाकामी बर्दाश्त करना, मुस्तकिल मजाजी। ਤੇ ਲੋਕ ਕਾਮਯਾਬੀ ਤਾਂ ਚਾਹੁੰਦੇ ਨੇ, ਲੇਕਿਨ ਕਾਮਯਾਬੀ ਦੇ ਵਿੱਚ ਜਿਹੜੀ ਮਤਲਬ ਕਿ ਸੈਕਰੀਫਾਈਸ ਕਰਨੇ ਪੈਂਦੇ ਨੇ, ਜਿਹੜੀ ਕੁਰਬਾਨੀ ਦੇਣੀ ਪੈਂਦੀ, ਜਿਹੜੀ ਕੀਮਤ ਦੇਣੀ ਪੈਂਦੀ, ਉਹਦੇ ਵਾਸਤੇ ਤਿਆਰ ਨਹੀਂ ਹੈਗੇ। ਵੇਖੋ, ਮੈਂ ਵੀ ਜਦੋਂ ਵੱਲ ਸਿੱਖਣਾ ਸੀ ਨਾ, ਇੱਥੇ ਮੇਰੀ ਦੁਕਾਨ ਸੀ, ਫੱਟਾ ਸੀ ਜਿਹੜਾ, ਛੋਟੀ ਜਿਹੀ ਦੁਕਾਨ ਬਣਾ ਲਈ ਸੀ, ਉਹ ਸਹੀ ਚੱਲਦੀ ਪਈ ਸੀ। ਲੇਕਿਨ ਜਦੋਂ ਪਾ ਅਸਲਮ ਤੇ ਉਸਤਾਦ ਅਸਲਮ ਤੇ ਪਾ ਜ਼ੈਦ ਸਾਹਿਬ ਮੇਰੇ ਕੋਲ ਆਏ, ਮੈਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਆਖਿਆ ਤੈਨੂੰ ਉੱਥੇ ਆਉਣਾ ਪੈਦਾ ਮੰਡੀ ਸਮਾਨ ਵਾਲੇ। ਤੇ ਮੈਂ ਗਿਆ, ਫਿਰ ਕੁਰਬਾਨੀ ਤਾਂ ਦੇਣੀ ਪੈਦੀ। ਮੇਰੀ ਦੁਕਾਨਦਾਰੀ ਬੰਦ ਹੋਈ, ਮਤਲਬ ਕਿ ਇੱਕ ਬੰਦ ਹੋਇਆ, ਇੱਕ ਪਾਸੇ ਤਿਆਰ ਹੋਇਆ। ਲੇਕਿਨ ਅੱਜ ਵੇਖਾਂ ਕਿ ਮੈਂ ਜਿਹੜੀ ਕੁਰਬਾਨੀ ਦਿੱਤੀ ਸੀ, ਉਹ 4 ਦਿਨ ਦੁਕਾਨ ਬੰਦ ਕਰਕੇ, ਤੇ ਉਸ ਤੋਂ ਬਾਅਦ ਮੈਨੂੰ ਹਾਸਲ ਕੀ ਹੋਇਆ, ਇਸ ਕੁਰਬਾਨੀ ਤੋਂ ਬਾਅਦ ਅੱਗੇ ਚੱਲ ਕੇ ਮੈਨੂੰ ਹਾਸਲ ਕੀ ਹੋਇਆ, ਤੇ ਉਹ ਯਕੀਨ ਕਰੋ ਮੈਂ ਬਿਆਨ ਨਹੀਂ ਕਰ ਸਕਦਾ। ਅਗਰ ਤੁਸੀਂ ਮੈਨੂੰ ਜਾਣਦੇ ਹੀ ਤੇ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ ਅਗਰ ਅੱਜ ਜੋ ਮੇਰੇ ਮਤਲਬ ਕਿ ਹਾਲਾਤ ਨੇ, ਜੋ ਮੇਰੇ ਕੋਲ ਸੈਟਅਪ ਹੈ, ਜਿਹੜਾ ਸੈਟਅਪ ਉਹ ਇਸ ਕੁਰਬਾਨੀ ਦੀ ਮਤਲਬ ਕਿ ਸਾਰਾ ਕੁਛ ਹੈਗਾ। ਅਗਰ ਮੈਂ ਉਹ ਕੁਰਬਾਨੀ ਨਾ ਦਿੰਦਾ, ਮੈਂ ਕਹਿੰਦਾ ਨਹੀਂ ਜੀ ਮੈਂ ਕਿਉਂ, ਮਤਲਬ ਕਿ ਮੈਂ, ਬਾਜ਼ ਲੋਕ ਕੁਰਬਾਨੀ ਵਾਸਤੇ ਨਹੀਂ ਤਿਆਰ ਹੁੰਦੇ। ਇੱਕ ਕਾਮਯਾਬ ਬੰਦੇ ਨੂੰ ਪੁੱਛਿਆ ਕਿਸੇ ਨੇ, ਮੀਡੀਆ ਵਾਲੇ ਨੇ ਬੰਦੇ ਨੇ, ਉਹਨੇ ਜੀ ਤੁਸੀਂ ਕਾਮਯਾਬ ਕਿਵੇਂ ਹੋਏ? ਉਹਨੇ ਆਖਿਆ ਜੀ ਸਹੀ ਫੈਸਲਿਆਂ ਨਾਲ। ਉਹਨੇ ਇਹ ਸਹੀ ਫੈਸਲੇ ਕਿਵੇਂ ਹੁੰਦੇ ਨੇ? ਉਹਨੇ ਇਹ ਗਲਤ ਫੈਸਲਿਆਂ ਨਾਲ। ਉਹਨੇ ਇਹ ਗਲਤ ਫੈਸਲੇ ਕਿਵੇਂ ਹੁੰਦੇ ਨੇ? ਉਹਨੇ ਇਹ ਰਿਸਕ ਲੈਣ ਨਾਲ। ਉਹਨੇ ਇਹ ਰਿਸਕ ਕਿਵੇਂ ਲਿਆ? ਉਹਨੇ ਇਹ ਥੋੜ੍ਹੀ ਜਿਹੀ ਮਤਲਬ ਕਿ ਹਿੰਮਤ ਕਰਕੇ, ਮੁਸਤਕਿਲ ਮਿਜ਼ਾਜੀ ਨਾਲ, ਮੁਸਲਸਲ ਨਾਕਾਮੀ ਦੇ ਨਾਲ। ਨਾਕਾਮੀ ਹੋਵੇ, ਨਾਕਾਮੀ ਪਹਿਲੀ ਸੀੜੀ ਹੈ ਜਦੋਂ ਬੰਦਾ ਚੜ੍ਹਦਾ ਹੈ ਤੇ ਅਗਾਂਹ ਕਾਮਯਾਬੀ ਦੀ ਰਾਸਤੇ 'ਤੇ ਜਾਂਦਾ। ਅਗਰ ਤੁਸੀਂ ਕਾਮਯਾਬੀ ਦੇ ਰਾਸਤੇ 'ਤੇ ਜਾਣਾ ਚਾਹੁੰਦੇ ਤਾਂ ਪਹਿਲੇ ਤੁਹਾਨੂੰ ਨਾਕਾਮ ਹੋਣਾ ਪੈਦਾ, ਉਸ ਤੋਂ ਬਾਅਦ ਤੁਸੀਂ ਅੱਗੇ ਚੱਲੋਗੇ। ਤੇ ਇਸ ਕੀਮਤ ਵਾਸਤੇ ਤੁਸੀਂ ਤਿਆਰ ਰਹੋ। नंबर 5, हर दौलत एक ख्याल से शुरू होती है। हर बड़ी कंपनी, हर ईजाद, हर बड़ी दौलत सबसे पहले किसी के ज़हन में ख्याल के तौर पर शुरू होती है। फ़र्क ये है कि कोई इस पर यकीन करके हकीकत बना लेते हैं और कोई इसको नज़रअंदाज कर लेते हैं। फ़र्क इत्थे जैनवन गल है, बेसिक अगर मेरे बिरयानी वाले काम नूं कढ दिता जाए तो उदों पहले मैं की ये होया तां एक ख्याल तो शुरू है ना। ਤੇ ਖਿਆਲ ਦੀ ਮਿਸਾਲ ਮੈਂ ਤੁਹਾਨੂੰ ਇੱਕ ਬੀਜ ਦੇ ਨਾਲ ਦੇਣਾ ਕਿ ਜਿਵੇਂ ਇੱਕ ਪੌਦੇ ਦਾ ਇੱਕ ਬੀਜ ਹੈ, ਤੇ ਉਹ ਬੀਜ ਦੀ ਅਗਰ ਤੁਸੀਂ ਸਹੀ ਜ਼ਮੀਨ ਦੇ ਵਿੱਚ ਸਹੀ ਜਗ੍ਹਾ 'ਤੇ ਤੁਸੀਂ ਲਾਇਆ, ਫਿਰ ਉਹਦੀ ਤੁਸੀਂ ਕੇਅਰ ਕੀਤੀ ਹੈ, ਧੁੱਪ ਛਾਂ ਦਾ ਖਿਆਲ ਕੀਤਾ ਹੈ, ਉਹਦੇ ਮੀਂਹ ਹਨੇਰੀ ਦਾ ਸਾਰਾ ਉਹਦੀ ਮਤਲਬ ਕਿ ਜੋ ਜੋ ਉਹਨੂੰ ਜ਼ਰੂਰਤ ਸੀ ਉਹ ਦਿੱਤਾ ਜੇ, ਤੇ 5-7 ਸਾਲ ਤੁਸੀਂ ਉਸ ਬੀਜ ਦੇ ਉੱਤੇ ਜਿਹੜਾ ਕਿ ਛੋਟਾ ਜਿਹਾ ਮਿਹਨਤ ਕੀਤੀ, ਤੇ ਵੇਖੋਗੇ ਤੁਸੀਂ 5-7 ਸਾਲ ਬਾਅਦ ਇੱਕ ਤਨਾਵਰ ਦਰਖਤ ਬਣ ਜਾਏਗਾ। ਤੇ ਉਸ ਤੋਂ ਬਾਅਦ ਉਸ ਦਰਖਤ ਨੂੰ ਤੁਹਾਡੀ ਕੇਅਰ ਦੀ ਜ਼ਰੂਰਤ ਨਹੀਂ ਦੀ,
ਉਸ ਤੋਂ ਬਾਅਦ ਉਹ ਆਪੇ ਹੀ ਵਧੇਗਾ, ਆਪੇ ਹੀ ਮਤਲਬ ਕਿ ਅਗਾ ਮਜ਼ੀਦ ਵੱਧਦਾ ਜਾਏਗਾ ਤੇ ਤੁਹਾਨੂੰ ਜੋ ਫਾਇਦਾ ਹੋਵੇਗਾ, ਤੁਸੀਂ ਹੁਣ ਉਹਦੀ ਛਾਂ ਥੱਲੇ ਆਰਾਮ ਨਾਲ ਬਵੋ, ਉਹਦੇ ਫਲ ਖਾਓ, ਮौज ਕਰੋ, ਰੈਸਟ ਕਰੋ। ਇਹ ਉਸ 7 ਸਾਲ ਦੀ ਕੁਰਬਾਨੀ ਜਿਹੜੀ ਤੁਸੀਂ ਦਿੱਤੀ ਹੈ, ਜਿਹੜੀ ਤੁਸੀਂ ਮਿਹਨਤ ਕੀਤੀ, ਕੇਅਰ ਕੀਤੀ, ਇਹ ਉਹਦਾ ਨਤੀਜਾ ਹੈ। ਹਰ ਕਾਮਯਾਬ ਮਤਲਬ ਕਿ ਕਾਰੋਬਾਰ ਦੀ ਮਿਸਾਲ ਇਵੇਂ ਹੀ ਹੈ। ਲੋਕ ਟਾਈਮ ਦਿੰਦੇ ਨਹੀਂ, ਤੇ 1 ਮਹੀਨਾ ਮਾਰ ਕੇ ਕਰਦੇ ਨੇ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹਨਾਂ ਅਗਾਂਹ ਕੀ ਕਰਨਾ, ਉਹਨਾਂ ਨੂੰ ਖੁਦ ਨੂੰ ਹੀ ਨਹੀਂ ਪਤਾ ਹੁੰਦਾ। ਤੇ ਇਸੇ ਗੱਲੋਂ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਇਹਨੂੰ ਅਗਰ ਤੁਸੀਂ सारे लेक्चर ਨੂੰ क्लोजिंग करा, बात ਨੂੰ समेटते हुए लेके चला, तो अगर आपके पास ये ख्याल है और वो मजबूत है, तो आप पहले ही कामयाबी के एक हिस्से के मालिक हैं। अगर तुहाडे कोल यकीन है ਇਹ ਲਾ ਕੇ ਖਿਆਲ ਹੀ ਵਾਕਈ ਬੇਸਿਕ ਹੁੰਦੀ ਜ਼ਰੂਰਤ ਹੁੰਦੀ ਹੈ, ਕਿਸੇ ਵੀ ਆਈਡੀਆ ਹੁੰਦਾ ਹੈ ਜਿਹੜਾ ਅਗਾਂਹ ਕੰਪਨੀ ਨੂੰ ਡਿਵੈਲਪ ਕਰਦਾ। ਤੇ ਚਲੋ क्लोजिंग करने इनकी ते पहले ख्वाहिश पैदा होती है, फिर वो मकसद बनती है, फिर इसकी कीमत अदा की जाती है, फिर ख्याल हकीकत में बदला जाता है, और फिर दुनिया आपके पीछे आती है, पीछे चलती। फिर दुनिया पूछती ओ तू किवें कामयाब होया, तू की है ते की नहीं। ओ ਇਹ ਸਾਰਾ ਪ੍ਰੋਸੀਜਰ ਹੈ ਬੰਦੇ ਦੀ ਮਤਲਬ ਕਿ ਜ਼ਿਹਨੀ ਜਿਹੜੀ ਕੈਫੀਅਤ ਹੈ ਨਾ, ਅਗਰ ਤੁਹਾਡੀ ਇਹ ਜ਼ਿਹਨੀ ਕੈਫੀਅਤ ਨਹੀਂ ਸੀ ਤੇ ਉਹਨੂੰ ਬਦਲੋ। ਤੇ ਜਿਵੇਂ ਤੁਹਾਨੂੰ ਦੱਸਣੇ ਪਿਆ, ਅਗਰ ਤੁਸੀਂ ਐਵੇਂ ਰੱਖੋਗੇ ਤੇ ਯਕੀਨ ਕਰੋ 1-2 ਮਹੀਨੇ ਦੇ ਵਿੱਚ ਹੀ ਇਨਸ਼ਾਅੱਲਾ ਰਿਜ਼ਲਟ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ। ਤੇ ਮਿਲਦੇ ਆ ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ। ਸਵਾਲ ਇਹ ਨਹੀਂ ਕਿ ਤੁਸੀਂ ਕਾਮਯਾਬ ਹੋ ਸਕਦੇ ਜੇ ਜਾਂ ਨਹੀਂ, ਸਵਾਲ ਇਹ ਆ ਕਿ ਕਿਆ ਤੁਸੀਂ ਵਾਕਿਆ ਹੀ ਚਾਹੁੰਦੇ ਜੇ ਕਿ ਅਸੀਂ ਕਾਮਯਾਬ ਹੋਣਾ ਹੈ। ਇਹ ਬੜਾ ਮੈਟਰ ਕਰਦਾ, ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ। ਲੋਕ ਆਂਦੇ ਨੇ ਮੈਂ ਕਾਮਯਾਬ ਬਣਨਾ ਚਾਹੁੰਦਾ, ਲੇਕਿਨ ਉਹ ਜੈਨਮਨ ਸਿਰਫ ਡਾਇਲਾਗ ਹੁੰਦਾ। ਜਿਹੜੇ ਜੈਨਮਨ ਹੁੰਦੇ ਨੇ ਨਾ, ਉਹ ਫਿਰ ਇਸਤਕਾਮਤ ਦੇ ਨਾਲ ਖੜੇ ਹੋ ਜਾਂਦੇ ਨੇ, ਮਜ਼ਬੂਤੀ ਦੇ ਨਾਲ। ਤੇ ਇਨਸ਼ਾਅੱਲਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਇਨਸ਼ਾਅੱਲਾ ਅਗਲੀ ਵੀਡੀਓ ਇਦੋਂ ਵੀ ਮਜ਼ੀਦ ਦਿਲਚਸਪ ਟੌਪਿਕ ਤੇ ਲੈ ਕੇ ਆਵਾਂਗੇ। ਤੇ ਅਗਰ ਤੁਹਾਡਾ ਕੋਈ ਸਵਾਲ ਹੈ ਤੇ ਉਹ ਤੁਸੀਂ ਮੈਨੂੰ ਪੁੱਛ ਸਕਦੇ ਹੋ, ਤੇ ਉਹਦਾ ਮੈਂ ਤੁਹਾਨੂੰ ਜਵਾਬ ਵੀ ਦੱਸਾਂਗਾ ਜਿੰਨਾ ਕੋਈ ਮੇਰਾ ਨੌਲੇਜ ਹੈ। ਹੁਣ ਸਾਰੀ ਗੱਲ ਇੰਨਾ ਤਾਂ ਨਹੀਂ ਮੈਨੂੰ ਪਤਾ, ਮਤਲਬ ਕਿ ਤੋਂ ਬੜੇ ਵੱਡੇ ਵੀ ਲੋਕ ਪਏ ਨੇ, ਲੇਕਿਨ ਮੇਰਾ ਇਲਮ ਜਿੰਨਾ ਨਾਕਸ ਇਲਮ ਹੋਇਆ, ਥੋੜਾ ਹੋਇਆ, ਲੇਕਿਨ ਤੁਹਾਨੂੰ ਉਹਦਾ ਹੱਲ ਵੀ ਦੱਸ ਦਿਆਂਗੇ। ਇਨਸ਼ਾਅੱਲਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।